ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਚਰਚਾ ਕਰਾਂਗੇ ਕਿ ਭਾਰਤੀ ਜਨਤਾ ਪਾਰਟੀ ਦਾ ਜੋ ਪੰਜਾਬ ਯੂਨਿਟ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਇਸ ਵੇਲੇ ਹਾਲਤ ਬੜੀ ਖਸਤਾ ਹੋ ਚੁੱਕੀ ਹੈ। ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਮਰਜ਼ੀ ਨਾਲ ਦਲ ਬਦਲੂਆਂ ਨਾਲ ਇਸ ਪਾਰਟੀ ਨੂੰ ਯੂਨਿਟ ਨੂੰ ਸਜਾਇਆ ਗਿਆ ਸੀ, ਜਿਵੇਂ ਕਿ ਉਹਨਾਂ ਨੇ ਕਈ ਸਟੇਟਾਂ ਦੀਆਂ ਸਰਕਾਰਾਂ ਤੋੜ ਕੇ ਉੱਥੇ ਦਲ ਬਦਲੂਆਂ ਨਾਲ ਔਰ ਧਨ ਦੌਲਤ ਦੀ ਮਦਦ ਨਾਲ ਸਰਕਾਰਾਂ ਸਥਾਪਿਤ ਕੀਤੀਆਂ ਸੀ। ਇਹ ਪਹਿਲਾ ਪ੍ਰਾਂਤ ਹੈ ਪੰਜਾਬ ਦਾ ਜਿੱਥੇ ਕਿ ਉਹਨਾਂ ਨੇ ਦਲ ਬਦਲੂਆਂ ਰਾਹੀਂ ਪੰਜਾਬ ਦੀ ਯੂਨਿਟ ਨੂੰ ਤਾਕਤਵਰ ਬਣਾਉਣ ਦਾ ਜੋ ਯਤਨ ਕੀਤਾ ਸੀ ਉਹ ਫੇਲ ਹੁੰਦਾ ਨਜ਼ਰ ਆ ਰਿਹਾ। 6 ਸਾਬਕਾ ਮਿਨਿਸਟਰ ਜੋ ਪਹਿਲਾਂ ਬੀਜੇਪੀ ਛੱਡ ਕੇ ਘਰ ਵਾਪਸੀ ਦੇ ਮਖੌਟਾ ਪਾ ਕੇ ਮੁੜ ਕਾਂਗਰਸ ਵਿੱਚ ਵਾਪਸ ਚਲੇ ਗਏ ਹਨ। ਉਹਦਾ ਕਾਰਨ ਸਿਰਫ ਇਹ ਹੈ ਕਿ ਜੋ ਬੀਜੇਪੀ ਦੀ ਪੰਜਾਬ ਦੀ ਸਥਿਤੀ ਹੈ ਉਹਦੇ ਵਿੱਚ ਜੋ ਦਲ ਬਦਲੂ ਕਾਂਗਰਸੀ ਬਾਕੀ ਰਹਿ ਗਏ ਹਨ, ਉਹਨਾਂ ਨੂੰ ਆਪਣਾ ਕੋਈ ਭਵਿੱਖ ਉਜਲਾ ਨਜ਼ਰ ਨਹੀਂ ਆ ਰਿਹਾ। ਇਸ ਕਰਕੇ ਉਹਨਾਂ ਦਾ ਇੱਕ ਡੈਪੂਟੇਸ਼ਨ ਫਤਿਹ ਜੰਗ ਸਿੰਘ ਬਾਜਵਾ ਅਤੇ ਕੇਵਲ ਢਿੱਲੋਂ ਦੀ ਲੀਡਰਸ਼ਿਪ ਵਿੱਚ ਜਾ ਕੇ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ JP ਨੱਡਾ ਨੂੰ ਦਿੱਲੀ ਵਿੱਚ ਮਿਲਿਆ ਅਤੇ ਉਹਨਾਂ ਨੇ ਉਹਨਾਂ ਨੂੰ ਇਸ ਗੱਲ ਦੀ ਗੁਜ਼ਾਰਿਸ਼ ਕੀਤੀ ਕਿ ਸਿਆਸਤ ਸਦਾਈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਤੁਸੀਂ ਪੰਜਾਬ ਵਿੱਚ ਅਲਾਇੰਸ ਕਰੋ। ਜੋ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜੋ ਫੈਸਲਾ ਹੈ ਉਹ ਸੌਖੇ ਕੀਤੇ ਨਹੀਂ ਬਦਲਦੇ ਅਤੇ ਇਵੇਂ ਲੱਗਦਾ ਹੈ ਕਿ ਉਹ ਪੰਜਾਬ ਵਿੱਚ ਜੋ 13 ਸੀਟਾਂ ਹਨ ਉਹਦੇ ਲਈ ਸੁਖਬੀਰ ਬਾਦਲ ਦੀ ਪਾਰਟੀ ਨਾਲ ਅਲਾਇੰਸ ਬਿਲਕੁਲ ਨਹੀਂ ਕਰਨਾ ਚਾਹੁੰਦੇ। ਦੋ ਟੋਕੋ ਕਹਿ ਚੁੱਕੇ ਹਨ। ਹਰਦੀਪ ਸਿੰਘ ਜੀ ਜੋ ਅਰਬਨ ਮਿਨਿਸਟਰ ਹਨ ਅਤੇ ਇਸ ਵਕਤ ਕੈਬਨਿਟ 'ਚ ਇੱਕੋ ਇੱਕ ਸਿੱਖ ਹਨ, ਉਹਨਾਂ ਨੇ ਵੀ ਕਈ ਵਾਰੀ ਪੰਜਾਬ 'ਚ ਕਿਹਾ ਵੀ ਅਲਾਇੰਸ ਨਹੀਂ ਹੋਏਗਾ। ਜੋ ਬੀਜੇਪੀ ਇਲੈਕਸ਼ਨਾਂ ਲੜੇਗੀ ਉਹ ਖੁਦ ਇਕੱਲਿਆਂ ਲੜੇਗੀ ਔਰ ਬੀਜੇਪੀ ਦੇ ਪੰਜਾਬ ਦੇ ਦਲ ਬਦਲੂ ਪ੍ਰਧਾਨ ਸੁਨੀਲ ਜਾਖੜ ਵੀ ਇਹ ਕਹਿ ਚੁੱਕੇ ਹਨ ਕਿ ਪੰਜਾਬ ਵਿੱਚ ਸਾਰੀਆਂ ਸੀਟਾਂ 'ਤੇ 13 ਦੀਆਂ 13 'ਤੇ ਆਪਣੇ ਬਹੁ ਬਲ ਦੇ ਸਿਰ 'ਤੇ ਚੋਣ ਲੜੀ ਜਾਏਗੀ। ਪਰ ਗੱਲ ਇਹ ਨਹੀਂ, ਜੋ ਦਲ ਬਦਲੂ ਕਾਂਗਰਸੀ ਬੀਜੇਪੀ ਵਿੱਚ ਹਨ ਕਿਉਂਕਿ ਉਹਨਾਂ ਨੂੰ ਆਪਣਾ ਕੋਈ ਫਿਊਚਰ ਨਜ਼ਰ ਨਹੀਂ ਆ ਰਿਹਾ, ਉਹਨਾਂ ਨੇ ਜਾ ਕੇ ਇਹ ਅਪੀਲ ਕੀਤੀ ਹੈ ਨੱਡਾ ਜੀ ਨੂੰ ਕਿ ਤੁਸੀਂ ਪੰਜਾਬ ਵਿੱਚ ਸੁਖਬੀਰ ਬਾਦਲ ਨਾਲ ਅਲਾਇੰਸ ਕਰੋ। ਇਹ ਅਲਾਇੰਸ ਵਿੱਚ ਨੱਡਾ ਜੀ ਦਾ ਕੋਈ ਫੈਸਲਾ ਨਹੀਂ ਹੋ ਸਕਦਾ। ਨੱਡਾ ਜੀ ਤੇ ਜੋ ਆਦੇਸ਼ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਜਾਰੀ ਕਰਦੇ ਹਨ ਉਹਦੇ ਮੁਤਾਬਕ ਉਹ ਆਪਣੀ ਅਗਲੀ ਕਾਰਵਾਈ ਪਾਉਂਦੇ ਹਨ। ਇੱਕ ਮੈਸੇਂਜਰ ਦੇ ਰੂਪ ਵਿੱਚ ਜਾ ਕੇ ਉਸ ਸਟੇਟਾਂ ਦੇ ਵੱਖਰੀ ਵੱਖਰੀ ਪ੍ਰੋਬਲਮ ਵੀ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਜੋ ਦਿਸ਼ਾ ਨਿਰਦੇਸ਼ ਉਹਨਾਂ ਨੂੰ ਜਿੰਨਾ ਕੁ ਦਿੱਤਾ ਹੁੰਦਾ ਸੋ ਉਸ ਦੇ ਘੇਰੇ 'ਚੋਂ ਨੱਡਾ ਸਾਹਿਬ ਬਾਹਰ ਨਹੀਂ ਜਾਂਦੇ, ਉਨੀ ਕੀ ਗੱਲ ਕਰਦੇ ਹਨ ਜਿਵੇਂ ਕਿ ਉਹਨਾਂ ਨੇ ਰਾਜਸਥਾਨ ਵਿੱਚ ਕੀਤਾ। ਇਸੇ ਤਰ੍ਹਾਂ ਹੁਣ ਪੰਜਾਬ ਦੀ ਅਵਸਥਾ ਇਹ ਹੈ ਕਿ ਪੰਜਾਬ ਵਾਲੇ ਇਸ ਤੋਂ ਡਰ ਰਹੇ ਹਨ ਕਿ ਦੇਸ਼ ਵਿੱਚ ਕਾਂਗਰਸ ਦੀ ਯਾਨੀ ਕਿ ਰਾਹੁਲ ਗਾਂਧੀ ਦੀ ਕਾਂਗਰਸ ਦੀ ਚੜ੍ਹਤ ਹੋ ਰਹੀ ਹੈ, ਉਹਦਾ ਗ੍ਰਾਫ ਦਿਨ ਬ ਦਿਨ ਉੱਪਰ ਨੂੰ ਜਾ ਰਿਹਾ ਹੈ ਅਤੇ ਹੇਠਾਂ ਆਉਂਦਾ ਨਜ਼ਰ ਨਹੀਂ ਆਉਂਦਾ। ਔਰ ਦੇਸ਼ ਵਿੱਚ ਬੀਜੇਪੀ ਦਾ ਗ੍ਰਾਫ ਜੋ ਹੈ ਉਹ ਹੇਠਾਂ ਤੋਂ ਹੋਰ ਹੇਠਾਂ ਵੱਲ ਨੂੰ ਜਾ ਰਿਹਾ ਹੈ। ਔਰ ਜਿਹੜੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਵੋਟਾਂ ਬਟੋਰਨ ਦੀ ਜਿਹੜੀ ਉਹਦੀ ਚਮਕ ਸੀ ਉਹ ਧੀਮੀ ਪੈਂਦੀ ਨਜ਼ਰ ਆ ਰਹੀ ਹੈ। ਔਰ ਜਿਹੜੀਆਂ 5 ਸਟੇਟਾਂ ਦੇ ਵਿੱਚ ਚੋਣਾਂ ਹੋਣੀਆਂ ਹਨ ਉਹਨਾਂ ਦੇ ਨਤੀਜੇ ਜਿਹੜੇ ਉਹ ਕੋਈ ਬੀਜੇਪੀ ਲਈ ਸੁਖਾਵੇਂ ਨਹੀਂ। ਇਹਦੇ ਵਿੱਚੋਂ
4 ਸਟੇਟਾਂ ਵਿੱਚ ਬੀਜੇਪੀ ਦੀ ਹਾਰ ਨਿਸ਼ਚਿਤ ਲੱਗਦੀ ਹੈ ਅਤੇ ਰਾਜਸਥਾਨ ਵਿੱਚ ਮੁਕਾਬਲਾ ਵੀ ਹੋ ਸਕਦਾ ਹੈ, ਟੱਕਰ ਹੈ। ਔਰ ਅੱਜ ਜੋ ਉੱਥੇ ਛਾਪੇ ਮਾਰੇ ਗਏ ਹਨ ਉਹਦੇ ਵਿੱਚ ਗਹਿਲੋਟ ਦੇ ਬੇਟੇ ਉੱਪਰ ਸਮਨ ਜਿੱਤੇ ਗਏ ਹਨ ਈਡੀ ਵੱਲੋਂ, ਔਰ ਉਹਦੇ 'ਤੇ ਜਿਹੜਾ ਫੋਰਨ ਐਕਸਚੇਂਜ ਦਾ ਕੇਸ ਉਹਨਾਂ ਨੇ ਦੱਸਿਆ ਵੀ ਦਰਜ ਕੀਤਾ ਗਿਆ। ਉਹਦੇ ਲਈ ਕੱਲ੍ਹ ਉਹਨਾਂ ਨੂੰ ਦਿੱਲੀ ਮਿਲਣ ਲਈ ਬੁਲਾਇਆ ਗਿਆ। ਕੋਈ 20 ਥਾਵਾਂ 'ਤੇ ਅੱਜ ਰਾਜਸਥਾਨ ਵਿੱਚ ਛਾਪੇ ਮਾਰੇ ਗਏ। ਔਰ ਇਹ ਸਾਰੀ ਜੋ ਵਰਤਾਰਾ ਹੈ ਇਹ ਇਸ ਦਿਸ਼ਾ ਵੱਲ ਲੈ ਜਾਂਦਾ ਹੈ ਕਿ ਬੀਜੇਪੀ ਦੀ ਹਾਲਤ ਠੀਕ ਠਾਕ ਨਹੀਂ। ਇਹ ਜਿਹੜੇ ਪੰਜਾਬ ਦੇ ਮੰਤਰੀ, ਸਾਬਕਾ ਮੰਤਰੀ ਦਲ ਬਦਲੂ ਮਿਲ ਕੇ ਆਏ ਹਨ ਨੱਡਾ ਜੀ ਨੂੰ, ਉਹਨਾਂ ਨੂੰ ਸਿਆਸਤ ਦੀ ਇੰਨੀ ਵੀ ਸਮਝ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ 13 ਸੀਟਾਂ ਵਾਲੀ ਸਟੇਟ ਮੈਟਰ ਹੀ ਨਹੀਂ ਕਰਦੀ। ਉਹਨਾਂ ਦੇ ਕਿਸੇ ਗਣਿਤ ਵਿੱਚ, ਹਿਸਾਬ ਕਿਤਾਬ ਵਿੱਚ ਇਹਦੀ ਕੋਈ ਥਾਂ ਨਹੀਂ ਹੈਗੀ, ਕਿਉਂਕਿ ਬੀਜੇਪੀ ਨੇ ਕਦੀ ਵੀ ਪੰਜਾਬ ਤੋਂ 2 ਜਾਂ 3 ਤੋਂ ਵੱਧ ਸੀਟਾਂ ਨਹੀਂ ਜਿੱਤੀਆਂ, ਅਤੇ ਜਦੋਂ ਵੀ ਇਹ ਸੀਟਾਂ ਜਿੱਤੀਆਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਅਲਾਇੰਸ ਕਰਕੇ, ਸਾਂਝ ਪਾ ਕੇ ਇਹ ਸੀਟਾਂ ਜਿੱਤੀਆਂ। ਔਰ ਹੁਣ ਜੋ ਇਸ ਸਮੇਂ ਪੰਜਾਬ ਦੀ ਸਥਿਤੀ ਹੈ, ਸਿਆਸਤ ਹੈ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਆਪਣੇ ਬੜੀ ਹੇਠਲੀ ਪੱਧਰ 'ਤੇ ਸਿਆਸਤ ਕਰ ਰਿਹਾ। ਉਹਨਾਂ ਦੇ ਕੁੱਲ 3 MLA ਆਏ 2021 ਦੀਆਂ ਚੋਣਾਂ 'ਚ, ਔਰ ਉਹਨਾਂ ਨੂੰ ਕੋਈ ਵੀ ਸਿਆਸੀ ਪਾਰਟੀ ਹਲੇ ਤੱਕ ਮੂੰਹ ਨਹੀਂ ਲਾ ਰਹੀ। ਨਾ ਉਹ ਇੰਡੀਆ ਅਲਾਇੰਸ ਵਿੱਚ ਹਨ ਅਤੇ ਨਾ ਹੀ ਉਹ NDA ਦੇ ਮੁਖੀ ਹਨ ਪ੍ਰਧਾਨ ਮੰਤਰੀ ਮੋਦੀ ਜੀ। ਸੋ ਹੁਣ ਜਿਹੜੇ ਦਲ ਬਦਲੂ ਬੈਠੇ ਹੋਏ ਹਨ ਕਾਂਗਰਸੀ, ਜਿਨ੍ਹਾਂ ਦਾ ਪਿਛੋਕੜ ਹੈ, ਉਹਨਾਂ ਨੂੰ ਇਵੇਂ ਲੱਗ ਰਿਹਾ ਹੈ ਕਿ ਬਈ ਉਹਨਾਂ ਦਾ ਉੱਥੇ ਫਿਊਚਰ ਬੜਾ ਡਾਰਕ ਹੈ, ਕਾਲੇ ਬੱਦਲ ਛਾਏ ਹੋਏ ਹਨ ਉਹਨਾਂ ਦੇ ਫਿਊਚਰ 'ਤੇ। ਉੱਥੇ ਹੁਣ ਜੋ ਮੁੱਖ ਕਾਂਗਰਸੀ ਲੀਡਰ ਜੋ ਸਫਰਨ ਪੱਲਾ ਗਲੇ 'ਚ ਪਾ ਕੇ ਜੋ ਉੱਥੇ ਤੁਰੇ ਫਿਰਦੇ ਹਨ, ਉਹਨਾਂ ਵਿੱਚ ਹਨ ਕੇਵਲ ਢਿੱਲੋਂ ਬਹੁਤ ਵੱਡਾ ਸਰਮਾਏਦਾਰ ਹੈ, ਬਿਜ਼ਨਸਮੈਨ ਹੈ, ਬੜੀ ਪ੍ਰਾਪਰਟੀ ਹੈ ਇਹਦੀ ਚੰਡੀਗੜ੍ਹ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ। ਔਰ ਉਹ ਹੁਣੇ ਜਿਹੀ ਜਿਹੜੀ ਜ਼ਿਲ੍ਹਾ ਸੰਗਰੂਰ ਵਿੱਚ ਜਿਹੜੀ ਇਲੈਕਸ਼ਨ ਹੋਈ ਸੀਗੀ ਪਾਰਲੀਮੈਂਟ ਦੀ, ਜਿਹੜੀ ਕਿ ਬਾਈ ਇਲੈਕਸ਼ਨ ਕਰਨੀ ਪਈ ਕਿਉਂਕਿ ਚੀਫ ਮਿਨਿਸਟਰ ਭਗਵੰਤ ਮਾਨ ਨੇ ਜਦੋਂ ਓਥ ਲੈ ਲਈ ਤਾਂ ਉਹਨਾਂ ਨੇ ਉੱਥੋਂ ਰਿਜ਼ਾਈਨ ਕਰਤਾ। ਉਹਦੇ 'ਤੇ ਕੇਵਲ ਢਿੱਲੋਂ ਦੀ ਜ਼ਮਾਨਤ ਜ਼ਬਤ ਹੋ ਗਈ। ਜੋ ਦੂਸਰੀ ਸੀਟ 'ਤੇ ਹੋਇਆ ਕੈਂਡੀਡੇਟ ਦੀ ਡੈਥ ਤੋਂ ਬਾਅਦ, ਜਿਹੜੀ ਜਲੰਧਰ ਵਾਲੀ ਕੌਂਸਟੀਚੁਐਂਸੀ ਸੀ, ਉੱਥੇ ਵੀ ਬੀਜੇਪੀ ਦੇ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਹੋ ਗਈ। ਹਾਲਾਂਕਿ ਉਹ ਕੈਂਡੀਡੇਟ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ 'ਚੋਂ ਡਿਫੈਕਟ ਕਰਾ ਕੇ ਇੱਕ ਦਲ ਬਦਲੂ ਨੂੰ ਸੀਟ ਦਿੱਤੀ ਸੀ। ਔਰ ਇਸ ਤੋਂ ਬਾਅਦ ਹੁਣ ਜਿਹੜੇ ਫਤਿਹਜੰਗ ਸਿੰਘ ਜੋ ਬਾਜਵਾ ਦੇ ਲੀਡਰ ਆਫ ਆਪੋਜੀਸ਼ਨ ਦੇ ਭਰਾ ਹਨ, ਉਹ ਪਹਿਲੇ ਕਾਦੀਆਂ ਤੋਂ ਜਿੱਤੇ ਸੀ, ਉੱਥੋਂ ਹਾਰ ਗਏ। ਉਸ ਤੋਂ ਬਾਅਦ ਹੁਣ ਮੈਂ ਗੱਲ ਕਰਦਾ ਅਰਵਿੰਦ ਖੰਨਾ। ਇਹ ਦਿੱਲੀ ਦੇ ਆਰਮ ਡੀਲਰ ਹਨ, ਏਜੰਟ ਹਨ। ਤੁਹਾਨੂੰ ਪਤਾ ਹੈ ਕਿ ਜਿਹੜੀ ਬਹੁਤ ਵੱਡੀ ਕਮਿਸ਼ਨ ਹੁੰਦੀ ਹੈ ਆਰਮਸ ਦੇ ਵਿੱਚ, ਇਸ ਕਰਕੇ ਉਹਨਾਂ ਦੀ ਮਜਬੂਰੀ ਸੀ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੀਜੇਪੀ ਜਾਣਾ ਹੀ ਸੀ। ਉਹ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇਦਾਰ ਵੀ ਲੱਗਦੇ ਹਨ। ਸੋ ਉਹ ਇਹ ਅਫੋਰਡ ਨਹੀਂ ਕਰਦੇ ਕਿ ਈਡੀ ਔਰ ਇਨਕਮ ਟੈਕਸ ਉਹਨਾਂ ਦੇ ਜਿਹੜੇ ਪੈਸਿਆਂ ਦੇ ਹਿਸਾਬ ਕਿਤਾਬ ਹਨ, ਇਹ ਜੋ ਆਰਮ ਡੀਲਰ ਨੂੰ ਕਮਿਸ਼ਨ ਮਿਲਦੀਆਂ ਵਗੈਰਾ ਵਗੈਰਾ ਦੇ ਵਿੱਚ ਉਹ ਈਡੀ ਨੂੰ ਫੇਸ ਕਰਨ। ਸੋ ਅੱਗੇ ਆ ਗਏ ਰਾਣਾ ਗੁਰਮੀਤ ਸੋਢੀ। ਇਹ ਫਿਰੋਜ਼ਪੁਰ ਵਿੱਚ ਇਹ ਚਾਹੁੰਦੇ ਹਨ ਕਿ ਇਹਨਾਂ ਨੂੰ ਫਿਰੋਜ਼ਪੁਰ ਪਾਰਲੀਮੈਂਟ ਤੋਂ ਟਿਕਟ ਮਿਲ ਜਾਏ। ਇਸ ਆਸ 'ਤੇ ਇਹ ਹਲੇ ਵੀ ਬੀਜੇਪੀ 'ਚ ਹਨ ਅਤੇ ਹੱਥ ਪੈਰ ਮਾਰ ਰਹੇ ਹਨ, ਹਾਈ ਕਮਾਂਡ ਨਾਲ ਵੀ ਸੰਪਰਕ ਰੱਖ ਰਹੇ ਹਨ ਅਤੇ ਇਹਨਾਂ ਦੀ ਮਦਦ
ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਵੀ ਕਰ ਰਹੇ ਹਨ, ਕਿਉਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਖਾਸ ਮਿਨਿਸਟਰ ਸੀ ਉਹਨਾਂ ਦੀ ਕੈਬਨਿਟ ਤੇ। ਇਹਨਾਂ ਤੇ ਪੰਚਕੂਲੇ ਕੋਈ ਜ਼ਮੀਨ ਨੂੰ, ਪੰਚਾਇਤੀ ਜ਼ਮੀਨ ਦਾ ਇੱਕ ਫਰਾਡ ਦਾ ਕੇਸ ਦੋਸ਼ ਲੱਗੇ ਤਾਂ ਰਜਿਸਟਰ ਹੋਇਆ, ਉਸ ਉੱਪਰ ਵੀ ਹਰਿਆਣੇ ਦੇ ਮੁੱਖ ਮੰਤਰੀ ਦੀ ਮਿਹਰਬਾਨੀ ਕਰਕੇ ਕਾਰਵਾਈ ਰੁਕੀ ਹੋਈ ਹੈ। ਇਸ ਤੋਂ ਬਾਅਦ ਆਗੇ ਬਲਵਿੰਦਰ ਸਿੰਘ ਲਾਡੀ ਹਨ, ਜੋ ਹਰਗੋਬਿੰਦਪੁਰ ਤੋਂ MLA ਹਾਰੇ ਹਨ। ਸੋ ਇਹ ਕੁਝ ਲੋਕ ਹੁਣ ਕਾਂਗਰਸ 'ਚ BJP 'ਚ ਗਏ ਹਨ ਅਤੇ ਉੱਥੇ ਬੈਠੇ ਹੋਏ ਹਨ, ਪਰ ਉੱਥੇ ਇਹਨਾਂ ਦੀ ਕੋਈ ਪੁੱਛ ਗਿੱਛ ਨਹੀਂ, ਕੋਈ ਇਹਨਾਂ ਦਾ ਜਿਹਨੂੰ ਕਹਿੰਦੇ ਨੇ ਸਤਿਕਾਰਤ, ਇੱਜ਼ਤ ਵਾਲਾ, ਮਾਣ ਵਾਲਾ ਕੋਈ ਉੱਥੇ ਰੁਤਬਾ ਨਹੀਂ। ਔਰ ਇਹਨਾਂ ਨਾਲ ਜਿਹੜੇ ਟਕਸਾਲੀ BJP ਦੇ ਲੀਡਰ ਹਨ, ਜਿਨ੍ਹਾਂ ਨੇ ਆਪਣੀਆਂ ਉਮਰਾਂ ਲਾ ਦਿੱਤੀਆਂ ਇਸ ਪਾਰਟੀ ਨੂੰ ਬਿਲਡ ਕਰਨ ਵਿੱਚ, ਉਹ ਕੋਈ ਇਹਨਾਂ ਨਾਲ ਚੰਗਾ ਵਰਤਾਓ ਵੀ ਨਹੀਂ ਕਰਦੇ। ਹੁਣ ਇਹਨਾਂ ਦੀ ਘਰ ਵਾਪਸੀ ਹੁੰਦੀ ਹੈ ਜਾਂ ਨਹੀਂ, ਇਹ ਤੇ ਸਮਾਂ ਦੱਸੇਗਾ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਪਸੀ ਦੀਆਂ ਦਿੱਲੀ ਦੇ ਚੈਨਲ ਸ਼ਾਇਦ ਝੂਠੀਆਂ ਹੀ ਖਬਰਾਂ ਲਾ ਰਹੇ ਹੋਣ, ਪਰ ਉਹ ਗੋਦੀ ਮੀਡੀਆ ਤੇ ਹੈ ਹੀ ਸਰਕਾਰ ਦਾ। ਸੋ ਜਦੋਂ ਗੋਦੀ ਮੀਡੀਆ ਇੱਦਾਂ ਦੇ ਖਬਰਾਂ ਲਾ ਕੇ ਕੋਈ ਇੰਪ੍ਰੈਸ਼ਨ ਕ੍ਰੀਏਟ ਕਰਦਾ, ਹੋ ਸਕਦਾ ਉਹਦੇ 'ਚ ਕੋਈ ਤੱਥ ਵੀ ਹੋਵੇ। ਹੁਣ ਇਸ ਸਮੇਂ ਪੰਜਾਬ ਵਿੱਚ BJP ਦੇ 2 ਮੈਂਬਰ ਪਾਰਲੀਮੈਂਟ ਹਨ, ਇੱਕ ਸੋਮਨਾਥ ਜੀ ਹਨ ਤੇ ਇੱਕ ਸੰਨੀ ਦਿਓਲ ਗੁਰਦਾਸਪੁਰ ਤੋਂ ਹੈ। ਸੋ 13 ਵਿੱਚੋਂ 2 MP ਜਿੱਤੇ ਸੀ ਜਦੋਂ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ, ਪ੍ਰਕਾਸ਼ ਸਿੰਘ ਦੇ ਬਾਦਲ ਦੇ ਜੀਂਦਿਆਂ ਜੋ ਉਹਨਾਂ ਨੇ ਚੋਣ ਲੜੀ ਸੀ, ਤਾਂ ਉਹਨਾਂ ਕੋਲ 2 ਹੀ ਸੀਟਾਂ ਹਨ। ਸੋ ਇਹ ਜੋ ਸਾਰਾ ਕੁਝ ਹੈ, ਜੋ ਬੀਬੀ ਪਰਨੀਤ ਕੌਰ ਪਟਿਆਲੇ ਤੋਂ MP ਹਨ, ਉਹ ਹਲੇ ਤੱਕ ਆਪਣੇ ਆਪ ਨੂੰ ਕਾਂਗਰਸੀ ਦੱਸਦੇ ਹਨ, ਕਿਉਂਕਿ ਇਹ ਵੀ ਸਿਆਸੀ ਨੈਤਿਕਤਾ ਦਾ ਬੜਾ ਜਿਹੜਾ ਤੁਹਾਨੂੰ ਜਿਹਨੂੰ ਕਹਿੰਦੇ ਹਾਂ ਅਸੀਂ ਕਿ ਨੀਵੇਂ ਪੱਧਰ ਦੀ ਗੱਲ ਹੈ ਕਿ ਤੁਸੀਂ ਕੰਮ ਤਾਂ BJP ਦਾ ਕਰ ਰਹੇ ਹੋ, ਤੇ ਜਿਹੜੀ ਪਟਿਆਲੇ ਡਿਸਟ੍ਰਿਕਟ ਵਿੱਚ BJP ਨੂੰ ਸਥਾਪਿਤ ਕਰਨ ਦੀਆਂ ਮੀਟਿੰਗਾਂ ਹੁੰਦੀਆਂ ਹਨ ਪਿੰਡਾਂ 'ਚ, ਉੱਥੇ ਵੀ ਤੁਸੀਂ ਜਾ ਕੇ ਭਾਸ਼ਣ ਦੇ ਰਹੇ ਹੋ। ਔਰ ਪਟਿਆਲੇ ਦੇ ਜੋ BJP ਦੇ ਲੀਡਰ ਹਨ ਸਥਾਪਿਤ ਪੁਰਾਣੇ, ਜਿਨ੍ਹਾਂ ਨੇ ਜ਼ਿੰਦਗੀ ਲਾਈ ਹੈ, ਉਹ ਵੀ ਕੋਈ ਇਹਨਾਂ ਨੂੰ ਬਹੁਤਾ ਰਾਹ ਨਹੀਂ ਫੜਾਉਂਦੇ, ਪੱਲਾ ਨਹੀਂ ਫੜਾਉਂਦੇ। ਇੱਥੇ ਮੈਂ ਇਹ ਵਿਸ਼ੇਸ਼ ਤੌਰ 'ਤੇ ਦੱਸਣਾ ਚਾਹੁੰਦਾ ਕਿ ਜੈ ਇੰਦਰ ਕੌਰ ਨੂੰ ਅੱਜ ਤਕਰੀਬਨ 1 ਸਾਲ ਤੋਂ ਉੱਪਰ ਹੋ ਗਿਆ ਪੰਜਾਬ BJP ਦੀ ਵੂਮਨ ਸੈੱਲ ਦੀ ਮੁਖੀ ਬਣਿਆ, ਪਰ ਉਹਨਾਂ ਨੇ ਹਲੇ ਤੱਕ ਪਟਿਆਲੇ ਡਿਸਟ੍ਰਿਕਟ ਵਿੱਚੋਂ ਆਪਣਾ ਪੈਰ ਬਾਹਰ ਨਹੀਂ ਕੱਢਿਆ, ਕਿਤੇ ਵੀ ਉਹ BJP ਦਾ ਵੂਮਨ ਸੈੱਲ ਨੂੰ ਮਜ਼ਬੂਤ ਬਣਾਉਣ ਲਈ ਨਹੀਂ ਗਏ। ਉਹਦਾ ਕਾਰਨ ਇਹ ਹੈ ਕਿ ਹੁਣੇ ਹੀ ਤਾਂ ਉਹ ਸਿਆਸਤ ਵਿੱਚ ਉਹਨਾਂ ਨੇ ਪੈਰ ਧਰਿਆ, ਔਰ ਉਹਨਾਂ ਦੇ ਪੈਰ ਥੱਲੇ ਬਟੇਰਾ ਆ ਗਿਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਉਹ ਬੇਟੀ ਹਨ। ਤਾਂ BJP ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 3 ਪੁਸ਼ਤਾਂ ਨਾਲ BJP ਜੁਆਇਨ ਕੀਤੀ, ਉਹਦੇ ਵਿੱਚ ਜੈ ਇੰਦਰ ਕੌਰ ਦੇ ਨਾਲ ਉਹਦਾ ਬੇਟਾ ਵੀ ਸੀ, ਸੋ ਕੈਪਟਨ ਅਮਰਿੰਦਰ ਸਿੰਘ ਵੀ ਸਨ। ਤੋ JP ਨੱਡਾ ਦੀ ਆਸ਼ੀਰਵਾਦ ਵਿੱਚ ਅਤੇ ਉਹਨਾਂ ਨੇ BJP ਜੁਆਇਨ ਕਰ ਲਈ। ਹੁਣ ਦੇਖਣਾ ਇਹ ਹੈ ਕਿ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਲਈ ਪੰਜਾਬ ਮੈਨੇ ਕਿਉਂ ਨਹੀਂ ਰੱਖਦਾ, ਇਹਦੀ ਕੋਈ ਇੰਪੋਰਟੈਂਸ ਕਿਉਂ ਨਹੀਂ ਹੈਗੀ। ਉਹ ਆਪਣੀ એનર્ਜੀ ਤੇ ਟਾਈਮ 2 ਸੀਟਾਂ ਲਈ ਨਹੀਂ ਵੇਸਟ ਕਰਨੀ ਚਾਹੁੰਦੇ, ਕਿਉਂਕਿ ਉਹਨਾਂ ਨੇ ਜੋ ਪ੍ਰਾਈਮ ਮਿਨਿਸਟਰ ਬਣਨਾ ਤਾਂ ਉਹਨਾਂ ਲਈ ਜੋ ਵੱਡੀਆਂ ਸਟੇਟਾਂ ਹਨ, ਉਹਨਾਂ ਦੀਆਂ ਸੀਟਾਂ ਦਾ ਮੈਂ ਤੁਹਾਨੂੰ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਿਹਾ। UP ਵਿੱਚ 80 ਸੀਟਾਂ ਹਨ, ਔਰ ਮਹਾਰਾਸ਼ਟਰਾ ਦੂਜੇ ਨੰਬਰ ਦੀ ਵੱਡੀ ਸਟੇਟ ਹੈ, ਔਰ ਇਸ ਨੂੰ ਜਿਹੜੀ ਇਹ ਫਾਈਨੈਂਸ਼ੀਅਲ ਕੈਪੀਟਲ ਵੀ ਕਿਹਾ ਜਾਂਦਾ ਭਾਰਤ ਦੀ, ਕਿਉਂਕਿ ਵੱਡੀਆਂ ਇੰਡਸਟਰੀਆਂ ਦੇ ਅਤੇ ਕਾਰਪੋਰੇਟਾਂ ਦੇ ਦਫ਼ਤਰ ਉੱਥੇ ਹਨ। ਉਹਦੇ ਵਿੱਚ 48 ਸੀਟਾਂ ਹਨ, ਬਿਹਾਰ ਵਿੱਚ 40 ਸੀਟਾਂ ਹਨ, ਔਰ ਮੱਧ ਪ੍ਰਦੇਸ਼ ਵਿੱਚ 29 ਸੀਟਾਂ ਹਨ, ਰਾਜਸਥਾਨ ਵਿੱਚ 25 ਸੀਟਾਂ ਹਨ। ਸੋ ਮੋਦੀ ਜੀ ਦਾ ਜੋ ਸਾਰਾ ਇਸ ਵੇਲੇ ਦਾਰੋਮਦਾਰ ਹੈ,
ਉਹ ਜਿਹੜੀ ਸੈਂਟਰਲ ਇੰਡੀਆ, ਜਿਹੜੀ ਹਿੰਦੀ ਬੈਲਟ ਕਹੀ ਜਾਂਦੀ ਹੈ, ਜਿਹੜੀ ਕਾਓ ਬੈਲਟ ਕਹੀ ਜਾਂਦੀ ਹੈ, ਜਿੱਥੇ ਕਿ ਉਹ ਧਰੂਵੀਕਰਨ ਕਰਦੇ ਨੇ ਹਿੰਦੂ ਮੁਸਲਮਾਨ ਦਾ, ਸਾਰਾ ਦਾਰੋਮਦਾਰ ਉਹਨਾਂ ਦਾ ਇੱਥੇ ਹੈਗਾ। ਜੇਕਰ ਉਹ ਇੱਥੇ ਸੀਟਾਂ ਪਹਿਲੇ ਵਰਗੀਆਂ ਲੈ ਜਾਣਗੇ ਤਾਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਬਣਨ ਦੀ ਸੰਭਾਵਨਾ ਹੋ ਸਕਦੀ ਹੈ। ਪਰ ਜੋ ਸੋਸ਼ਲ ਮੀਡੀਆ, ਜੋ ਹਿੰਦੀ ਦੇ ਚੈਨਲ ਹਨ, ਜੋ ਕਿ ਬੜੇ ਇਮਾਨਦਾਰ ਅਤੇ ਨਿਰਪੱਖ ਪੱਤਰਕਾਰਾਂ ਦੇ ਹਨ, ਉਹਨਾਂ ਦੇ ਜੋ ਐਨਾਲਿਸਿਸ ਪਿਛਲੇ ਕਈ ਦਿਨਾਂ ਤੋਂ ਹੋ ਰਹੇ ਹਨ, ਉਹਨਾਂ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਵਾਰੀ ਮੋਦੀ ਜੀ ਨੂੰ ਯੂਪੀ ਵਿੱਚੋਂ ਵੀ ਸੀਟਾਂ ਮਿਲਣੀਆਂ ਮੁਸ਼ਕਲ ਹਨ, ਕਿਉਂਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਜੀ ਐਤਕੀ ਜੋ ਪਾਰਲੀਮੈਂਟ ਦੀ ਇਲੈਕਸ਼ਨ ਲੜਨਗੇ ਤਾਂ ਉਹ ਯੂਪੀ ਦੇ ਇੱਕ ਕੌਂਸਟੀਚੁਐਂਸੀ 'ਚੋਂ ਇਲੈਕਸ਼ਨ ਲੜਨ ਦਾ ਉਹਨਾਂ ਦਾ ਪ੍ਰੋਗਰਾਮ ਹੈ। ਉਹ ਕੌਂਸਟੀਚੁਐਂਸੀ ਵਿੱਚ ਕਦੀ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਦੀ ਹੁੰਦੀ ਸੀ, ਹੁਣ ਉਹ ਰਿਜ਼ਰਵ ਹੈ, ਉੱਥੋਂ ਲੜਨਗੇ। ਸੋ ਇਹ ਜੋ ਸਾਰਾ ਸਿਨੈਰੀਓ ਬਣੇ ਰਿਹਾ ਦੇਸ਼ ਵਿੱਚ, ਇਹਦੇ ਵਿੱਚ ਕਾਂਗਰਸ ਦਾ ਗ੍ਰਾਫ ਜਿਹੜਾ ਉਹ ਉੱਪਰ ਜਾ ਰਿਹਾ ਹੈ। ਕਾਂਗਰਸ ਦਿਨ ਬ ਦਿਨ ਸਟਰੋਂਗ ਹੋਈ ਜਾ ਰਹੀ ਹੈ, ਉੱਪਰ ਜਾ ਰਹੀ ਹੈ। ਔਰ ਕਾਂਗਰਸ ਨੇ ਇੱਕ ਜਿਹੜੀ ਪਦ ਯਾਤਰਾ ਰਾਹੁਲ ਗਾਂਧੀ ਨੇ ਕੀਤੀ ਹੈ, ਉਹਦੇ ਨਾਲ ਉਸ ਦਾ ਜੋ ਲੋਕਾਂ ਦੇ ਨਾਲ ਉਹਦਾ ਜਿਹੜਾ ਗ੍ਰਾਸ ਰੂਟ ਲੈਵਲ 'ਤੇ ਉਹਨੇ ਸਾਂਝ ਬਣਾਈ ਹੈ, ਉਸ ਕਰਕੇ ਹੁਣ ਲੋਕੀ ਉਸ ਵੱਲ ਝੁਕਾਅ ਰੱਖਦੇ ਹਨ। ਕਿਉਂਕਿ ਬੀਜੇਪੀ ਦੇ ਗੌਰਮੈਂਟ, ਯਾਨੀ ਕਿ ਪ੍ਰਾਈਮ ਮਿਨਿਸਟਰ ਮੋਦੀ ਦੀ ਗੌਰਮੈਂਟ ਨਾ ਤਾਂ ਇੰਪਲਾਇਮੈਂਟ ਦੇ ਸਕੀ ਹੈ, ਨਾ ਹੀ ਲੋਕਾਂ ਨੂੰ ਉਸ ਨੇ ਕੀਮਤਾਂ 'ਤੇ ਕੰਟਰੋਲ ਹੈ। ਮਹਿੰਗਾਈ ਇੰਨੀ ਹੈ, ਲੋਕਾਂ ਨੂੰ, ਗਰੀਬਾਂ ਨੂੰ ਸਿਲੰਡਰ ਦੇ ਦਿੱਤੇ, ਗੈਸ ਕਨੈਕਸ਼ਨ ਦੇ ਦਿੱਤੇ, ਉਹਨਾਂ ਕੋਲ ਦੂਜਾ ਗੈਸ ਦਾ ਸਿਲੰਡਰ ਖਰੀਦਣ ਦੇ ਲਈ ਕੋਈ ਪੈਸੇ ਹੀ ਨਹੀਂ। ਹੁਣ 200 ਰੁਪਏ ਕੀਮਤ ਘਟਾਈ ਹੈ, ਤੋਂ 1100 ਤੋਂ 900 ਕੀਤਾ ਹੈ। ਗਰੀਬ ਪੇਂਡੂ ਇਲਾਕਿਆਂ ਦੇ ਲੋਕਾਂ ਕੋਲ 900 ਰੁਪਏ ਦਾ ਸਿਲੰਡਰ ਖਰੀਦਣ ਦੀ ਵੀ ਉਹਨਾਂ ਦੀ ਸਮਰੱਥਾ ਨਹੀਂ, ਉਹ ਉਹਨਾਂ ਨੇ ਘਰਾਂ ਵਿੱਚ ਸਜਾ ਕੇ ਰੱਖ ਦਿੱਤੇ ਹਨ। ਇਹ ਹੁਣ 80 ਕਰੋੜ ਜੋ ਲੋਕਾਂ ਨੂੰ 5 ਕਿਲੋ ਅਨਾਜ ਦਿੰਦੇ ਹਨ ਸਾਰਾ ਦੇਸ਼ ਵਿੱਚ, ਉਹਦੇ ਉੱਪਰ ਦਾਰੋਮਦਾਰ ਹੈ ਦੇਸ਼ ਦੇ ਅਨਾਜ ਦੇ ਖਜ਼ਾਨੇ ਵੀ ਜਿਹੜੇ ਹਨ, ਤੁਹਾਨੂੰ ਪਤਾ ਹੈ ਵੀ ਉਹ ਵੀ ਹੁਣ ਖਤਮ ਹੋਣ ਦੇ ਨੇੜੇ ਹਨ। ਸੋ ਅਜਿਹੀ ਸਥਿਤੀ ਵਿੱਚ ਕੀ ਪ੍ਰਨੀਤ ਕੌਰ ਲੜੇਗੀ ਇਲੈਕਸ਼ਨ ਪਟਿਆਲੇ ਤੋਂ ਪਾਰਲੀਮੈਂਟ ਦੀ? ਕਿਉਂਕਿ ਉਹਨਾਂ ਦੇ ਪਰਿਵਾਰ ਵਿੱਚ 3 ਮੈਂਬਰ ਹਨ ਜੋ ਇਲੈਕਸ਼ਨ ਲੜ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਨਰਿੰਦਰ ਮੋਦੀ ਜੀ ਕਹਿ ਸਕਦੇ ਹਨ ਕਿ ਤੁਸੀਂ ਲੜੋ ਇਲੈਕਸ਼ਨ। ਪ੍ਰਨੀਤ ਕੌਰ ਹੈ, ਔਰ ਤੀਜੇ ਨੰਬਰ 'ਤੇ ਉਹਨਾਂ ਦੀ ਬੇਟੀ ਜੈ ਇੰਦਰ ਕੌਰ ਹੈ। ਕੀ ਜੈ ਇੰਦਰ ਕੌਰ ਨੂੰ ਹੁੰਗਾਰਾ ਮਿਲੇਗਾ, ਜਿੱਥੇ ਕਿ ਲੋਕਾਂ ਨੇ ਇੱਕ ਜੱਦੀ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ, ਸਾਬਕਾ ਮੁੱਖ ਮੰਤਰੀ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਸੋ ਹੁਣ ਉਹਨਾਂ ਦੇ ਬੇਟੇ ਦੀ ਗੱਲ ਆਉਂਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਰਣਇੰਦਰ ਸਿੰਘ ਵਿੱਚ ਜਿਹੜੀ ਸਿਆਸੀ ਨੈਕ ਹੁੰਦੀ ਹੈ, ਉਹਦੀ ਤਬੀਅਤ ਹੀ ਸਿਆਸਤਦਾਨਾਂ ਵਾਲੀ ਨਹੀਂ ਹੈ। ਇਸ ਲਈ ਉਸ ਦੀ ਥਾਂ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜੈ ਇੰਦਰ ਕੌਰ ਜੋ ਦਿੱਲੀ ਰਹਿੰਦੀ ਹੈ, ਉਸ ਨੂੰ ਲਿਆ ਕੇ ਪਟਿਆਲੇ ਵਿੱਚ ਸਥਾਪਿਤ ਕਰਨ ਲਈ ਪੂਰਾ ਯਤਨ ਲਾਇਆ ਹੋਇਆ। ਹੁਣ ਉਹਦੇ ਵਿੱਚੋਂ ਜੋ ਮੈਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਬੁਰੀ ਹਾਰ ਖਾਧੀ, ਉਸ ਤੋਂ ਬਾਅਦ ਉਸਨੇ ਆਪਣੀ ਜੋ ਕਾਂਗਰਸ ਬਣਾਈ, ਨਵੀਂ ਪੰਜਾਬ ਕਾਂਗਰਸ ਪਾਰਟੀ, ਅਤੇ ਉਹਦੇ ਨਾਲ ਹੀ ਜਿਹੜੀਆਂ ਇਲੈਕਸ਼ਨਾਂ ਲੜੀਆਂ, ਉਹਦੇ ਸਾਰੇ ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਤੋ ਸਿਰਫ ਉਹ ਆਪ ਹੀ ਨਹੀਂ ਹਾਰੇ ਇਲੈਕਸ਼ਨ, ਉਹਨਾਂ ਦੇ ਕੈਂਡੀਡੇਟਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ। ਸੋ ਇਹਨਾਂ ਸਾਰੀ ਜੋ ਪਰਿਵਾਰ ਦੀ ਸਿਆਸੀ ਪੋਜੀਸ਼ਨ ਹੈ, ਇਸ ਤੋਂ ਨਰਿੰਦਰ ਮੋਦੀ ਜੀ ਬੜੀ ਚੰਗੀ ਤਰ੍ਹਾਂ ਵਾਕਫ ਹਨ। ਉਹ ਚਾਹੇ ਉਹਨਾਂ ਨੇ ਕਾਂਗਰਸ ਦਾ ਨੁਕਸਾਨ ਕਰਨਾ ਸੀ, ਕਿ ਉਹਨੂੰ ਕਮਜ਼ੋਰ ਕਰਨਾ ਸੀ, ਤੋ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ
ਆਪਣੀ ਪਾਰਟੀ ਦੀ ਸਭ ਤੋਂ ਯਾਨੀ ਨੈਸ਼ਨਲ ਬੀਜੇਪੀ ਨੈਸ਼ਨਲ ਵਰਕਿੰਗ ਕਮੇਟੀ ਦਾ ਮੈਂਬਰ ਬਣਾ ਕੇ ਉੱਥੇ ਬਿਠਾਤਾ। ਉੱਥੇ ਅੱਗੇ ਵੀ 2 ਸਿੱਖ ਬੈਠੇ ਹਨ। ਉਹਨਾਂ ਦੇ ਮੈਂਬਰ ਹੋਣ ਦਾ ਤੇ ਮਤਲਬ ਤਾਂ ਬਣਦਾ ਹੈ ਜੇਕਰ ਨਰਿੰਦਰ ਮੋਦੀ ਕਿਸੇ ਦੀ ਸਲਾਹ ਲੈਂਦੇ ਹੋਣ। ਸੋ ਕੈਪਟਨ ਅਮਰਿੰਦਰ ਸਿੰਘ ਤੋਂ ਤੇ ਉਹਨਾਂ ਨੇ ਸਲਾਹ ਹੁਣ ਕੀ ਲੈਣੀ ਹੈ, ਉਹ ਆਪ ਹਾਰ ਗਏ। ਉਹਨਾਂ ਦੇ ਕੈਂਡੀਡੇਟਾਂ ਦੀ ਜ਼ਮਾਨਤ ਜ਼ਬਤ ਹੋ ਗਈ ਅਤੇ ਹੁਣ ਉਹ ਭਾਲਦੇ ਹਨ ਗਵਰਨਰੀ ਉਹਨਾਂ ਨੂੰ ਤੇ ਮਿਲੀ ਨਹੀਂ, ਕਿਉਂਕਿ ਜਦੋਂ ਵਾਈਸ ਪ੍ਰੈਜ਼ੀਡੈਂਟ ਬਣੇ ਨਵੇਂ ਤਾਂ ਉਹਨਾਂ ਨੇ ਵੈਸਟ ਬੰਗਾਲ ਦੀ ਸੀਟ ਖਾਲੀ ਕੀਤੀ ਗਵਰਨਰ ਦੀ, ਉੱਥੇ ਉਹਨਾਂ ਨੇ ਨਵਾਂ ਗਵਰਨਰ ਥਾਪ ਦਿੱਤਾ। ਹੁਣ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਲੱਗਾ ਹੋਇਆ ਵੀ ਮੈਨੂੰ ਜੰਮੂ ਕਸ਼ਮੀਰ ਦਾ ਵੀ ਉਹਨਾਂ ਨੂੰ ਗਵਰਨਰ ਬਣਾਇਆ ਜਾਏਗਾ, ਪਰ ਅਜਿਹੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਹਾਲਾਂਕਿ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਖਬਰਾਂ ਲਵਾਈਆਂ ਕਿ ਉਹ ਜੰਮੂ ਕਸ਼ਮੀਰ ਦੇ ਗਵਰਨਰ ਬਣ ਰਹੇ, ਕਿਉਂਕਿ ਸਿਆਸਤਦਾਨਾਂ ਨੂੰ ਹੁੰਦਾ ਹੈ ਚਾਹੇ ਝੂਠੀ ਹੋਈ ਖਬਰ ਲੱਗੀ ਹੋਵੇ, ਫਿਰ ਜਿਹੜੇ ਪੂਛ ਹਿਲਾਉਣ ਵਾਲੇ ਲੋਕ ਹੁੰਦੇ ਨੇ ਚਮਚੇ, ਉਹ ਪਿੱਛੇ ਫਿਰਦੇ ਰਹਿੰਦੇ ਨੇ ਕਿ ਬਈ ਇਹਨਾਂ ਦੀ ਉੱਪਰ ਪੁੱਛ ਬਹੁਤ ਹੈ, ਪ੍ਰਧਾਨ ਮੰਤਰੀ ਦੇ ਬਹੁਤ ਨਜ਼ਦੀਕ ਹਨ, ਅਮਿਤ ਸ਼ਾਹ ਹੋਮ ਮਿਨਿਸਟਰ ਹੈ ਉਹਨਾਂ ਦੇ ਬੜੇ ਨਜ਼ਦੀਕ ਹਨ, ਇਸ ਲਈ ਲੋਕੀ ਤੁਰੇ ਫਿਰੇ ਰਹਿੰਦੇ ਨੇ, ਨਹੀਂ ਤਾਂ ਲੋਕੀ ਵੀ ਆਣੇ ਜਾਣੇ ਬੰਦ ਹੋ ਜਾਂਦੇ ਨੇ। ਤੁਸੀਂ ਜਾਣਦੇ ਹੀ ਹੋ ਜਦੋਂ ਇਹ ਜੋ ਦਲ ਬਦਲੂ ਕਾਂਗਰਸੀਆਂ ਦਾ ਇੱਕ ਟੋਲਾ ਘਰ ਵਾਪਸੀ ਕੀਤੀ ਤਾਂ ਕੈਪਟਨ ਅਮਰਿੰਦਰ ਸਿੰਘ 2 ਦਿਨ ਤੇ ਚੁੱਪ ਰਹੇ। 2 ਦਿਨ ਬਾਅਦ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਮੇਰੀ ਤਾਂ ਤਬੀਅਤ ਖਰਾਬ ਹੈ, ਮੈਨੂੰ ਤਾਂ ਪਤਾ ਹੀ ਨਹੀਂ ਇਹ ਕੀ ਡਿਵੈਲਪਮੈਂਟ ਹੋਈ ਹੈ। ਸੋ ਇਹ ਜੋ ਸਾਰੀ ਮੈਂ ਤੁਹਾਡੇ ਨਾਲ ਜੋ ਤੱਥ ਤੁਹਾਡੇ ਸਾਹਮਣੇ ਰੱਖਿਆ, ਇਹਦੇ ਵਿੱਚ 2 ਗੱਲਾਂ ਬੜੀਆਂ ਸਪਸ਼ਟ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੀਆਂ 13 ਸੀਟਾਂ ਵਿੱਚ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ ਕੋਈ ਬਹੁਤੀ ਦਿਲਚਸਪੀ ਨਹੀਂ। ਉਹ ਇੱਥੇ ਟਾਈਮ ਨਹੀਂ ਵੇਸਟ ਕਰਨਾ ਚਾਹੁੰਦੇ 2024 ਦੀਆਂ ਇਲੈਕਸ਼ਨ ਨੂੰ, ਚਾਹੇ ਉਹਨਾਂ ਨੂੰ ਇੱਕ MP ਦੀ ਲੋੜ ਪੈਣੀ ਹੈ। ਦੂਜੀ ਹੈ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਜੇਕਰ ਉਹ ਬੜਾ ਜ਼ੋਰ ਆਉਣਗੇ ਵੀ ਕੰਪੇਨ ਵੀ ਕਰਨਗੇ ਤਾਂ ਵੱਧ ਤੋਂ ਵੱਧ ਉਹਨਾਂ ਦੀ ਪਾਰਟੀ ਜੇ ਆਪਣੇ ਬਲਬੂਤੇ 'ਤੇ 1 ਜਾਂ 2 ਸੀਟਾਂ ਜਿੱਤ ਸਕਦੀ ਹੈ ਤਾਂ ਕੀ ਐਤਕੀ ਉਹ ਵੀ ਸੰਭਾਵਨਾ ਹੋਏਗੀ, ਕਿਉਂਕਿ ਪ੍ਰਾਈਮ ਮਿਨਿਸਟਰ ਦਾ ਆਪਣਾ ਗ੍ਰਾਫ ਕਾਫੀ ਜਿਹੜਾ ਉਹ ਡਿਕਲਾਈਨ 'ਤੇ ਹੈ, ਹੇਠਲੇ ਪੱਧਰ 'ਤੇ ਹੈ। ਉਹਨਾਂ ਦੀ ਪਾਰਟੀ ਵਿੱਚ ਥਾਂ ਲੋਕ ਬਗਾਵਤਾਂ ਕਰ ਰਹੇ ਨੇ। ਉਹਨਾਂ ਦੀ ਜਿਹੜੀ ਪਾਰਟੀ ਉੱਪਰ ਪਕੜ ਸੀ ਉਹ ਬਹੁਤ ਢਿੱਲੀ ਹੁੰਦੀ ਜਾ ਰਹੀ ਹੈ। ਹੁਣ ਉਹਨਾਂ ਦੀ ਨਾ 214 ਵਾਲੀ ਇਲੈਕਸ਼ਨ ਵਾਲੀ ਗੱਲ ਹੈ, ਨਾ ਹੀ 2019 ਵਾਲੀ। ਹੁਣ ਪੁਲਵਾਮਾ ਵੀ ਨਹੀਂ ਹੋ ਸਕਦਾ ਅਤੇ ਹੁਣ ਕੋਈ ਪਾਕਿਸਤਾਨ ਤੇ ਬਾਲਾਕੋਟ ਤੇ ਸਟ੍ਰਾਈਕਸ ਵੀ ਨਹੀਂ ਹੋ ਸਕਦੀਆਂ। ਤੇ ਹੁਣ ਦੇਖਿਆ ਜਾਂਦਾ ਕਿ ਵੀ ਇਹ ਸਥਿਤੀ ਕੀ ਬਣੇਗੀ। ਪਰ ਮੈਂ ਅਖੀਰ ਤੇ ਇਹ ਕਹਿੰਦਾ ਕਿ ਪੰਜਾਬ ਦੇ ਕਾਂਗਰਸੀਆਂ ਦੀ ਜਿਹੜੇ ਕਿ ਬੜੀ ਸ਼ਾਨੋ ਸ਼ੌਕਤ ਨਾਲ ਜਿਨ੍ਹਾਂ ਨੇ ਦਲ ਬਦਲਿਆ ਸੀ, ਉਹ ਇਸ ਵੇਲੇ ਬੜੇ ਫਰਸਟ੍ਰੇਟਡ ਹਨ। ਉਹਨਾਂ ਦੇ ਅੰਦਰ ਨਿਰਾਸ਼ਾ ਹੈ ਅਤੇ ਉਹਨਾਂ ਨੂੰ ਅੱਗੇ ਕੁਝ ਆਪਣਾ ਰਸਤਾ ਨਜ਼ਰ ਨਹੀਂ ਆਉਂਦਾ। ਇਸ ਲਈ ਹੁਣ ਜਾ ਕੇ ਦਿੱਲੀ ਟੱਕਰਾਂ ਮਾਰ ਰਹੇ ਨੇ। ਜੇ ਉੱਥੇ ਕੁਝ ਨਾ ਬਣਿਆ, ਹੋ ਸਕਦਾ ਕਿ ਥੋੜ੍ਹੇ ਸਮੇਂ ਬਾਅਦ ਉਹਨਾਂ ਨੂੰ ਵੀ ਇਹ ਲੱਗੇ ਵੀ ਆਪਾਂ ਘਰ ਵਾਪਸੀ ਕਰੀਏ ਕੋਈ ਬਹਾਨਾ ਲੱਭ ਕੇ। ਇਸ ਚਰਚਾ ਨੂੰ ਮੈਂ ਇੱਥੇ ਸਮਾਪਤ ਕਰਦਾ। ਉਮੀਦ ਕਰਦਾ ਇਹ ਚਰਚਾ ਤੁਹਾਨੂੰ ਪਸੰਦ ਆਏਗੀ ਅਤੇ ਤੁਸੀਂ ਇਸ ਚਰਚਾ ਨੂੰ ਆਪਣੇ ਸਾਕ ਸੰਬੰਧੀਆਂ ਨਾਲ ਸਾਂਝੀ ਕਰੋਗੇ, ਮਿੱਤਰਾਂ ਨਾਲ ਸਾਂਝੀ ਕਰੋਗੇ। ਅਤੇ ਜੇਕਰ ਤੁਸੀਂ ਹੁਣ ਤੀਕਨ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਅੰਮ੍ਰਿਤ ਪ੍ਰਸਾਰ ਨੂੰ, ਤਾਂ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀ ਹੌਸਲਾ ਅਫਜ਼ਾਈ ਹੋਵੇ। ਤੋ ਇਹ ਕਹਿੰਦਾ ਹੋਇਆ ਮੈਂ ਇਸ ਚਰਚਾ ਨੂੰ ਸਮਾਪਤ ਕਰਦਾ। ਸਤਿ ਸ੍ਰੀ ਅਕਾਲ।